ਮਨ ਮਿਲਤਾ ਬਿਲਮਾਵੈ ਹਾਂ ਮਗਨ ਭਇਆ ਤੇ ਸੋ ਸੱਚ ਪਾਵੈ। ਬਸ ਜਦੋਂ ਮਨ ਮਿਲ ਜਾਂਦਾ ਹੈ, ਫਿਰ ਮਗਨ ਹੁੰਦਾ ਹੈ ਅਸਲ ਦੇ ਵਿੱਚ। ਮਗਨ ਨਹੀਂ ਹੋ ਸਕਦਾ। ਮਗਨ ਜਦ ਹੋ ਜਾਂਦਾ ਨਾ, ਫਿਰ ਇਹਨੂੰ ਦੁੱਖ ਔਰ ਸੁੱਖ ਸੰਸਾਰ ਦਾ ਪੋਹ ਨਹੀਂ ਸਕਦਾ। ਮਗਨ ਹੋਏ ਨੂੰ ਦੁੱਖ ਔਰ ਸੁੱਖ, ਜੰਮਣ ਮਰਨ, ਹਾਨੀ ਲਾਭ ਕੁਛ ਵੀ ਨਹੀਂ ਪਹੁੰਚ ਸਕਦਾ। ਉਹਨੂੰ ਕਹਿੰਦੇ ਨੇ ਮਗਨ। ਕੋਈ ਸੰਸਾਰ ਦੇ ਵਿੱਚ ਰਹਿੰਦੇ ਇਹਨੂੰ ਸੰਸਾਰ ਦਾ ਕੋਈ ਲੇਪ ਨਹੀਂ ਹੈ। ਮਗਰ ਨਿਰਲੇਪ ਹੁੰਦਾ, ਸੰਸਾਰ ਤੋਂ ਅਲੱਗ ਹੁੰਦਾ। ਬੱਚਾ ਖੇਲਦਾ ਮਗਰ ਹੋਇਆ ਹੋਇਆ, ਬਸ ਉਹ ਆਪਣੇ ਆਪ ਨਾਲ ਜੁੜਿਆ ਹੋਇਆ, ਸੰਸਾਰ ਨਾਲ ਨਹੀਂ ਜੁੜਿਆ ਹੋਇਆ। ਮਗਰ ਦੀ ਅਵਸਥਾ ਸੰਸਾਰ ਨੂੰ ਅਲੱਗ ਕਰ ਦਿੰਦੀ ਹੈ ਉਹਨੂੰ। ਸੱਚ ਦੀ ਪ੍ਰਾਪਤੀ ਫਿਰ ਹੋ ਜਾਂਦੀ ਹੈ। ਮਗਨ ਭਇਆ ਤੇ ਸੋ ਸੱਚ ਪਾਵੈ। ਜਦ ਮਗਨ ਹੋ ਜਾਂਦਾ ਨਾ, ਗੁਰਬਾਣੀ ਨਾਲ ਮਗਨ ਹੋ ਜਾਂਦਾ, ਫਿਰ ਸੱਚ ਦੀ ਪ੍ਰਾਪਤੀ ਹੁੰਦੀ। ਵਰਨਾ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਮਾਇਆ ਨਾਲ ਜੁੜਿਆ। ਮਾਇਆ ਤੇ ਝੂਠ ਹੈ। ਸੰਸਾਰ ਨਾਲ ਜੁੜਿਆ ਹੋਇਆ ਹੈ ਜਾਂ ਆਪਣੇ ਮੂਲ ਨਾਲ ਜੁੜਿਆ ਹੋਇਆ। ਮੂਲ ਗਹਿਆ ਨਾ, ਜੇ ਆਪਣੇ ਮੂਲ ਨਾਲ ਜੁੜ ਕੇ ਮਗਨ ਹੋ ਜਵੇ, ਇੱਕ ਹੋ ਕੇ ਰਹਿ ਜਵੇ, ਫਿਰ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ। ਜੇ ਮਾਇਆ ਨਾਲ ਜੁੜਿਆ ਰਹੇ, ਫਿਰ ਝੂਠ ਦੀ ਪ੍ਰਾਪਤੀ ਹੈ। ਜਿੰਨੀ ਮਰਜ਼ੀ ਕਰ ਲਓ, ਤੁਹਾਨੂੰ ਉਹ ਸਭ ਕੁਝ ਝੂਠ ਹੈ। ਸੰਸਾਰ ਤਾਂ ਸਭ ਝੂਠ ਹੈ ਨਾ, ਝੂਠ ਦੀ ਪ੍ਰਾਪਤੀ ਹੈ। ਝੂਠ ਨਾਲ ਜੁੜ ਕੇ ਝੂਠ ਦੀ ਪ੍ਰਾਪਤੀ ਹੈ। ਸਰੀਰ ਨਾਲ ਜੁੜ ਕੇ, ਤਿਰਕੁਟੀ ਨਾਲ ਜੁੜ ਕੇ ਝੂਠ ਦੀ ਪ੍ਰਾਪਤੀ ਹੈ। ਆਪਣੇ ਮੂਲ ਨਾਲ ਜੁੜ ਕੇ ਸੱਚ ਦੀ ਪ੍ਰਾਪਤੀ ਹੈ। ਪਰ ਮਗਰ ਬਾਹਰ ਨਹੀਂ ਹੋ ਸਕਦਾ। ਮਗਰ ਹੁੰਦਾ ਚਿੰਤਾ ਰਹਿਤ। ਚਿੰਤਾ ਰਹਿਤ ਬਾਹਰ ਨਹੀਂ ਹੋ ਸਕਦਾ ਕਦੇ ਵੀ, ਕਦੇ ਵੀ ਨਹੀਂ ਹੁੰਦਾ ਚਿੰਤਾ ਰਹਿਤ। ਖੁਸ਼ੀ ਦੇ ਵਿੱਚ ਵੀ ਚਿੰਤਾ ਹੁੰਦੀ ਹੈ। ਮੁਨਾਫੇ ਦੇ ਵਿੱਚ ਵੀ ਡਰ ਲਾਸ ਦਾ ਹੁੰਦਾ। ਬਹੁਤ ਸਾਰਾ ਪੈਸਾ ਆ ਜਾਵੇ, ਇਨਵੈਸਟਮੈਂਟ ਕਿਵੇਂ ਕਰਨੀ ਹੈ, ਇਹਦੀ ਰਾਖੀ ਕਿਵੇਂ ਕਰਨੀ ਹੈ, ਇਹ ਡਰ ਹੁੰਦਾ। ਉਹਦਾ ਇਨਵੈਸਟਮੈਂਟ ਦਾ ਡਰ ਪਹਿਲਾਂ ਹੋ ਜਾਂਦਾ। ਹੁਣ ਚਲਿਆ ਨਾ ਜਾਵੇ, ਡਰ ਪਹਿਲਾਂ ਹੋ ਜਾਂਦਾ। ਹਰ ਖੁਸ਼ੀ ਵਿੱਚ ਗਮੀ ਛਪੀ ਹੋਈ ਹੈ। ਅੰਦਰ ਉੱਪਰਲੇ ਪਾਸੇ ਕੁਝ ਹੋਰ ਹੈ, ਅੰਦਰ ਹੋਰ ਹੈ। ਕਿਤੇ ਹੋ ਹੀ ਨਹੀਂ ਸਕਦਾ ਵੀ ਨਾ ਹੋਵੇ ਚਿੰਤਾ। ਕੋਈ ਫਿਲਾਸਫਰ, ਜਿਹੜਾ ਸਮਝਦਾਰ ਫਿਲਾਸਫਰ, ਕੋਈ ਨਹੀਂ ਬਣਦਾ ਇਸ ਗੱਲ ਨੂੰ। ਸੰਸਾਰ ਦਾ ਜੀਵਨ ਬਿਨਾਂ ਚਿੰਤਾ ਤੇ ਹੋ ਹੀ ਨਹੀਂ ਸਕਦਾ। ਹਾਂ, ਚਿੰਤਾ ਥੱਲੇ ਹੈ। ਵਿਆਹ ਦੇ ਵਿੱਚ ਵੀ ਸ਼ੱਕ, ਡਰ ਇਹ ਰਹਿੰਦਾ ਵੀ ਕੋਈ ਰੌਲਾ ਨਾ ਪਾ ਦੇਵੇ। ਨਾਲੇ ਖੁਸ਼ੀ ਦਾ ਮਾਹੌਲ, ਨਾਲੇ ਖੁਸ਼ੀ ਦਾ ਆਪ ਕਹਿੰਦਾ ਵੀ ਨਾ ਬਈ, ਆਪ ਸੋਫੀ ਰਹੋ ਸਾਰੇ। ਦੇਖੋ ਕਿਤੇ ਰੰਗ ਚ ਭਗ ਪਏ। ਡਰ ਚਿੰਤਾ ਨਾਲ ਕਰੀ, ਚਿੰਤਾ ਨਾਲ ਵੀ ਕਿਤੇ ਕੋਈ ਹੋਰ ਨਾ ਕਰ ਦੇਵੇ ਕੰਮ, ਕੋਈ ਲੜ ਨਾ ਪਵੇ, ਕੋਈ ਉਹ ਨਾ ਹੋ ਜਾਵੇ। 100 ਤਰ੍ਹਾਂ ਦਾ ਫਿਕਰ ਉੱਥੇ ਵੀ ਹੈ। ਖੁਸ਼ੀ ਦਾ ਉਦੋਂ ਕੀ ਚੰਗਾ ਮਾਹੌਲ ਹੋ, ਉੱਥੇ ਵੀ ਡਰ ਹੈ। ਗੱਡੀਆਂ ਚੱਲਦੀਆਂ ਨੇ, ਉੱਥੇ ਵੀ ਡਰ ਹੈ ਐਕਸੀਡੈਂਟ ਹੋ ਜਾਵੇ। ਬਾਹਰ ਗੱਡੀ ਖੜੀ ਕਰਤੀ, ਨਵੀਂ ਝੀੜ ਦਾ ਡਰ ਹੈ, ਕੋਈ ਨਿਆਣਾ ਝੀੜ ਨਾ ਮਾਰ ਜਾਵੇ। ਅੱਧਾ ਧਿਆਨ ਉੱਥੇ ਰਹਿੰਦਾ। ਕੱਪੜਾ ਚੰਗਾ ਪਾ ਲਿਆ, ਉਹਦਾ ਡਰ ਹੈ ਵੀ ਕਿਤੇ ਬੈਠਣ ਲੱਗਿਆ 100 ਵਾਰ ਦੇਖਦਾ ਵੀ ਕਿਤੇ ਕੋਈ ਦਾਗ ਨਾ ਲੱਗ ਜਾਵੇ। ਕਿਤੇ ਤੁਸੀਂ ਦੱਸੋ ਡਰ ਹੈ ਕਿੱਥੇ ਦੀ? ਡਰ ਤੇ ਬਿਨਾਂ ਜੀਵਨ ਨਹੀਂ ਹੈ, ਕਿਉਂਕਿ ਡਰ ਉਪਜਿਆ ਨਹੀਂ ਨਾ ਹੈ। ਡਰ ਵਾਲੇ ਏਰੀਏ ਦੇ ਵਿੱਚ ਰਹਿੰਦਾ ਹੈ। ਜੇ ਚੂਹਾ ਖੱਡ ਤੋਂ ਬਾਹਰ ਹੈ ਤਾਂ ਡਰ ਹੈ ਉਹਨਾਂ ਚਿਰ। ਚਾਹੇ ਖਾਣ ਪੀਣ ਨੂੰ ਖੱਡ ਤੋਂ ਪਰੇ ਹੀ ਆ ਉਹਨੂੰ, ਖੱਡ ਦੇ ਵਿੱਚ ਖਾਣ ਨੂੰ ਕੁਛ ਨਹੀਂ, ਕੀ ਕਰੇ। ਪਰ ਜਿੰਨਾ ਚਿਰ ਬਾਹਰ ਹੈ, ਡਰ ਵੀ ਨਾਲ ਹੈ। ਖੱਡ ਦੇ ਵਿੱਚ ਜਾ ਕੇ ਥੋੜਾ ਸੇਫ ਸਭ, ਪਰ ਡਰ ਉੱਥੇ ਵੀ ਆ, ਖੱਡ 'ਚ ਵੀ ਆ। ਸੱਪ ਨਾ ਵੜੇ, ਪਾਣੀ ਨਾ ਵੜੇ, ਰਸਤੇ ਕਈ ਰੱਖੇ ਹੋਏ ਨੇ। ਡਰ ਹਮੇਸ਼ਾ ਹੀ ਹੈ। ਡਰ ਤੇ ਬਿਨਾਂ ਜੀਵਨ ਨਹੀਂ ਹੈ।
ਮਗਨ ਨਹੀਂ ਹੈ ਕਿਤੇ ਵੀ। ਇੱਕ ਕੁੜੀ ਛੋਟੀ ਜਿਹੀ ਮਗਨ ਸੀ ਦੱਤਾਤਰੇయ ਨੂੰ, ਜਿਹੜੀ ਉਹ ਮਿਲੀ। ਛੋਟੀ ਉਮਰ ਦਾ ਬੱਚਾ ਮਗਨ ਹੋ ਸਕਦਾ, ਤਾਂ ਕਹਿੰਦੇ ਨੇ ਬਾਦਸ਼ਾਹ ਦੀ ਉਮਰ ਹੈ, ਬਹੁਤ ਛੋਟੀ ਉਮਰ 'ਚ। ਬੱਚਾ ਸਭ ਨੂੰ ਵੀ ਹੱਥ ਦਾ ਹੀ ਪਾ ਲੈਂਦਾ, ਅੱਗ ਨੂੰ ਵੀ ਪਾ ਛੋਟਾ ਬੱਚਾ ਮਗਨ ਹੋ ਸਕਦਾ 5-4 ਸਾਲ ਦਾ, ਕਿ ਅਜੋ ਉਹ ਮਾਇਆ ਦੇ ਵਿੱਚ ਇੰਨਾ ਡੂੰਘਾ ਪਰੇ ਨੂੰ ਨਹੀਂ ਗਿਆ ਸਮੁੰਦਰ 'ਚ, ਅਜੋ ਉਹਨੇ ਹੀ ਗਿਆ ਗੋਡੇ ਜਿੰਨੇ ਪਾਣੀ। ਅਜੇ ਡਰ ਦਾ ਦਾਇਰਾ ਛੋਟਾ ਹੀ ਹੈ, ਨਾ ਡਰ ਹੈ ਹੀ ਨਹੀਂ ਉਹਨੂੰ, ਡਰ ਹੈ ਹੀ ਨਹੀਂ। ਮਾਂ ਬਾਪ ਹੈਗੇ ਸਿਰ ਤੇ, ਹਨੇਰੇ 'ਚੋਂ ਡਰਦਾ ਉਹ ਹਨੇਰੇ 'ਚੋਂ ਡਰਦਾ, ਜੋ ਗਿਆਨਤਾ ਤੋਂ ਡਰਦਾ। ਕੁੜੀ ਖੇਲਦੀ ਹੈ ਮਗਨ ਹੋਈ ਹੋਈ, ਉਹ ਦਾ ਜੱਥਾ ਲੰਘਿਆ ਜਾਂਦਾ ਨਾਲ, ਸੰਤ ਉਹਦੇ ਦੱਤਾਤਰੇయ ਦੇ। ਆਵਾਜ਼ ਆਉਂਦੀ, ਉਹਨੂੰ ਕੋਈ ਪਤਾ ਨਹੀਂ ਮੇਰੇ ਨਾਲ ਦੀ ਕੌਣ ਲੰਘ ਗਿਆ, ਗੱਲਾਂ ਕਰ ਐਡੀ ਮਗਨ। ਦੱਤਾਤਰੇయ ਆਲੇ ਦੁਆਲੇ ਨਿਗਾਹ ਰੱਖਦਾ ਹੁੰਦਾ ਸੀ, ਗੁਰੂ ਟੋਲਦਾ ਫਿਰਦਾ ਸੀ ਨਾ ਬਣਾਉਣੇ। ਉਹਨੇ ਦੇਖਿਆ ਕੁੜੀ ਉਹਨੂੰ ਆਪਣੇ ਗੁੱਡੀਆਂ ਜਿਹੜੀ ਪਟੋਲੇ ਪਟਾਲੇ ਨਿਆਣੇ ਖੇਡਦੇ ਹੁੰਦੇ ਨੇ, ਇਹੀ ਹੁੰਦਾ ਸੀ ਪਹਿਲਾਂ। ਖਿਡੌਣੇ ਤਾਂ ਹੁਣ ਬਣੇ ਨੇ, ਆਪੇ ਬਣਾ ਵਾਲੀਆਂ ਲੀਰਾਂ ਦੀਆਂ। ਉਹ ਖੜ ਗਿਆ, ਉਹ ਖੜ ਕੇ ਦੇਖੀ ਗਿਆ ਉਹਨੂੰ ਵੀ ਕਦੋਂ ਇਹ ਝਾਕਦੀ ਹੈ ਸਾਡੇ ਨਾਲ। ਉਰੇ ਜਾਂਦਾ ਸੀ, ਅੱਗੇ ਪਿੱਛੇ ਪਿੱਛੇ ਜਾਂਦੇ ਸੀ। ਜਦ ਉਹਨੇ ਉਹਦੇ ਵੱਲ ਨਿਗਾਹ ਕਹੀ, ਉਹ ਉੱਥੇ ਖੜ ਗਿਆ, ਉਹਨਾਂ ਨੂੰ ਇਸ਼ਾਰਾ ਕਰਤਾ ਵੀ ਤੁਸੀਂ ਚੱਲੋ, ਵੀ ਇਹ ਨਾ ਖੜ ਜਾਣਾ ਇੱਥੇ। ਬੋਲਿਆ ਨਹੀਂ, ਇਸ਼ਾਰਾ ਕਰਤਾ ਵੀ ਤੁਸੀਂ ਲੰਘੇ ਚਲੋ। ਉਹ ਖੜਾ ਰਿਹਾ, ਸਾਰੇ ਹੀ ਲੰਘ ਗਏ। ਫਿਰ ਉਹਨੇ ਉਹ ਕੁੜੀ ਨੂੰ ਗੁਰੂ ਧਾਰਨ ਕੀਤਾ ਵੀ ਇਹੋ ਜਿਹਾ ਸੁਰਤੀ ਹੋਵੇ ਭਗਤੀ 'ਚ, ਜੋ ਮਰਜ਼ੀ ਤੁਹਾਡੇ ਆਲੇ ਦੁਆਲੇ ਰੌਲਾ ਪਈ ਜਾਵੇ, ਤੁਹਾਡੀ ਉਹ ਬਿਰਤੀ ਨਾ ਟੁੱਟੇ। ਇਹਦੀ ਬਿਰਤੀ ਨਹੀਂ ਟੁੱਟੀ, ਇਹਦੀ ਬਿਰਤੀ ਸੰਬੰਧੀ ਉਹ ਟੁੱਟੀ ਨਹੀਂ। ਇਹ ਸੰਬੰਧੀ ਸੀ ਉਹਦੇ 'ਚ, ਆਪਣੀ ਖੇਡ 'ਚ ਸੀ ਚਾਹੇ, ਪਰ ਬਿਰਤੀ ਇਹੋ ਜਿਹੀ ਚਾਹੀਦੀ ਹੈ। ਧਿਆਨ ਐਸਾ ਚਾਹੀਦਾ। ਇਹਦਾ ਧਿਆਨ ਡਿਸਟਰਬ ਨਹੀਂ ਅਸੀਂ ਕਰ ਸਕੇ, ਧਿਆਨ ਕੋਈ ਡਿਸਟਰਬ ਕਰ ਹੀ ਨਾ ਸਕੇ। ਉਹਨੂੰ ਕਹਿੰਦੇ ਨੇ ਮਗਨ। ਜਿਹੜਾ ਆਦਮੀ ਸੰਤੋਖੀ ਹੈ, ਉਹਦਾ ਧਿਆਨ ਡਿਸਟਰਬ ਨਹੀਂ ਹੁੰਦਾ। ਜਿਹੜਾ ਉਦੋਂ ਕਹਾ ਲੰਘ ਗਿਆ, ਸਤ ਸੰਤੋਖ ਵਾਲੇ ਦਾ ਧਿਆਨ ਡਿਸਟਰਬ ਨਹੀਂ ਹੁੰਦਾ, ਕਦੇ ਵੀ ਨਹੀਂ। ਜਿੰਨੇ ਵੀ ਤੀਰ ਆਉਂਦੇ ਨੇ ਸੱਜੇ ਖੱਬੇ ਨੂੰ ਕੱਢ ਦਿੰਦਾ, ਕਿਉਂਕਿ ਉਹਦਾ ਜਿਹੜਾ ਜੇ ਵੱਜ ਵੀ ਜਾਵੇ, ਉਹਦੇ ਤੇ ਜਿਹੜੀ ਹੈ ਨਾ ਸੰਤੋਖ ਸੁਨਾ ਹੈ ਕਾ ਵਿੱਚ ਹੈ। ਸੰਤੋਖ ਨੂੰ ਕੀ ਕਿਹਾ? ਸੁਨਾ। ਕੋਈ ਮਾਇਆ ਦਾ ਹਥਿਆਰ ਇਹਨੂੰ ਵਿੰਨ ਨਹੀਂ ਸਕਦਾ। ਭੱਟਾ ਨੇ ਸਮਝਿਆ ਸੁਨਾ ਕਿਹਾ ਹੈ। ਤੁਸੀਂ ਹੱਥ ਉੱਤੇ ਜਿਹਦੇ ਬੁਲਟ ਪ੍ਰੂਫ ਜੈਕਟ ਪਾਈ ਹੋਈ ਹੈ, ਵੱਜੀ ਜਾਣ ਗੋਲੀ, ਉਹਨੂੰ ਗੋਲੀ ਦਾ ਕੀ ਡਰ ਹੈ? ਸੰਤੋਖੀ ਦਾ ਤਾਂ ਸਵਾਲੇ ਪੈਦਾ ਨਹੀਂ ਹੁੰਦਾ, ਉਹ ਤੇ ਅਸਰ ਹੋ ਜਾਏ, ਪਰ ਸੰਤੋਖ ਹੋਵੇ ਉਹ ਤੇ ਉਹ ਡਿਸਟਰਬ ਨਹੀਂ ਹੋ ਸਕਦਾ। ਤੀਰ ਉਹਦੇ ਵੱਜੂਗਾ ਜ਼ਰੂਰ ਜਾ ਕੇ, ਪਰ ਉਹਦੇ ਗਾਹਾਂ ਸੰਤੋਖ ਤੱਕ ਕੇ ਜਾਊ, ਵਾਪਸ ਆ ਜਾਊਗਾ, ਅੰਦਰ ਨਹੀਂ ਘੁਸਦਾ, ਜਾ ਕੇ ਤਕਲੀਫ ਨਹੀਂ ਕਰਦਾ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧੀ ਹੋਏ। ਬੱਬਾ ਮਨ ਸਿਉ ਕਾਜ ਹੈ। ਕਬੀਰ ਕਹਿੰਦਾ ਲੋਕ ਕਹਿੰਦੇ ਨੇ ਮਨ ਦੇ ਬੜੇ ਮਗਰ ਪਏ ਨੇ, ਇਹਨੂੰ ਮਾਰੋ, ਮਨ ਨੂੰ ਮਾਰੋ, ਮਨ ਨੂੰ ਮਾਰੋ, ਮਨ ਨੇ ਦੁਖੀ ਕਰਤੇ ਸਾਰੇ। ਇਹਨੂੰ ਮੇਰਾ ਤਾਂ ਭਾਈ ਸਾਰਾ ਕੰਮ ਮਨ ਦੇ ਗੋਚ ਰਹੀ ਹੈ, ਮਨ ਦੇ ਗੋਚਰੇ ਕੰਮ ਹੈ। ਮੈਂ ਤਾਂ ਮਨ ਨੂੰ ਨਹੀਂ ਮਾਰਨਾ, ਮੈਂ ਤਾਂ ਸਾਰੇ ਕੰਮ ਮਨ ਤੇ ਕਰਾਉਣਾ। ਇਹ ਜਿਹੜਾ ਪੇੜ ਡੋਲਿਆ ਨਾ ਬੋਰੀ ਚੋਂ ਸਾਰਾ ਖੜਾਇਆ, ਜਿਹੜੀ ਆ ਖੰਡ ਰਲਾਤੀ ਨਾ ਨੇ ਮਿੱਟੀ 'ਚ, ਇਹਨੂੰ ਕਹਿਣਾ ਭਾਈ ਚੁੱਕ ਕੇ ਪਾ, ਇਹਨੂੰ ਖੜਾਈ ਇਹਨੇ ਚੁੱਕਾ, ਮੈਂ ਚੂਕ ਕੌਣ ਇਹ ਤੋਂ ਚੁਗਾਉਣੀ। ਆ ਚੁਗਣ ਨੂੰ ਵੀ ਬੜਾ ਤੇਜ਼ ਆ, ਕੰਮ ਬੜਾ ਛੇਤੀ ਕਰਦਾ ਹੈ, ਖੜਾਉਂਦਾ ਵੀ ਛੇਤੀ ਹੈ, ਚੁੱਕਦਾ ਵੀ ਛੇਤੀ। ਹੋ ਜਿਹੜਾ ਆਦਮੀ ਜਲਦੀ ਕੰਮ ਕਰਦਾ ਹੈ, ਉਹ ਪੁੱਠਾ ਵੀ ਜਲਦੀ ਕਰੂ, ਸਿੱਧਾ ਵੀ ਜਲਦੀ ਕਰੂ। ਜੇ ਸਿੱਧਾ ਕਰਦਾ ਦੁੱਧ ਵੀ ਛੇਤੀ ਡੁੱਲਦਾ, ਉਹ ਤੇ ਫਿਰ ਜਿਹੜਾ ਤੇਜ਼ ਚੱਲਦਾ ਦੁੱਧ ਵੀ ਫਟਾਫਟ ਡੁੱਲ ਜਾਂਦਾ। ਜਦੇ ਪੁੱਠਾ ਵੀ ਉਨਾ ਹੀ ਚੱਲਦਾ, ਸਿੱਧਾ ਵੀ ਉਨਾ ਹੀ ਚੱਲਦਾ। ਇਸ ਕਰਕੇ ਇਹ ਤੋਂ ਹੀ ਕਰਾਉਣਾ ਕੰਮ।
ਆਪਣੇ ਹੱਥੀ ਆਪਣਾ ਆਪੇ ਹੀ ਕਾਸ ਵਾਰੀ ਆਪੇ ਕਾਸ ਵਾਰੀ। ਵਿਗਾੜਿਆ ਇਹਨੇ ਸਵਾਰੂ ਹੀ, ਇਹਨੇ ਆਪਣੇ ਆਪ ਚੌਗਣ ਪੈਦਾ ਕੀਤੇ ਨੇ, ਆਪਣੇ ਆਪ ਦੇ ਔਗਣਾਂ ਦਾ ਇਲਾਜ ਵੀ ਨਹੀਂ ਕਰਨਾ। ਮਨ ਹੀ ਮਨ ਸੋ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਏ। ਮਨ ਨੂੰ ਨਹੀਂ ਮਾਰਨਾ, ਇਹਨੂੰ ਤਾਂ ਮੁਕਤੀ ਦੇਣੀ ਹੈ ਮਨ ਨੂੰ, ਇਹਨੂੰ ਸੁਧਾਰਨਾ, ਮਾਰਨਾ ਨਹੀਂ ਹੈ। ਜਿਹਨੂੰ ਸੁਧਾਰਨਾ ਹੋਵੇ ਉਹਦੇ ਤੇ ਮਤਲਬ ਨਹੀਂ ਹੁੰਦਾ। ਬੱਬਾ ਮਨਸੂ ਕਾਜ ਹੈ, ਮਨ ਦੇ ਨਾਲ ਕਾਜ ਹੈ। ਗੁਰਮੁਖਾਂ ਦਾ ਤਾਂ ਸਾਰਾ ਕਾਜ ਹੈ ਮਨ ਦੇ ਨਾਲ। ਮਨ ਹੀ ਮਨ ਸੋ ਕਹੇ ਮਨ ਕਬੀਰਾ। ਸਾਧੇ ਸਿੱਧ ਹੋਏ, ਮਨ ਨੂੰ ਜਦੋਂ ਸਮਝਾ ਲਿਆ ਸਾਰੀ ਸੋਝੀ ਆ ਜਾਣੀ ਹੈ। ਸਿੱਧੀ ਲਫ਼ਜ਼ ਇੰਪੋਰਟੈਂਟ ਹੈ। ਸਿੱਧੀ ਦੇ ਧੱਦੇ ਨੂੰ ਸਿਆਰੀ ਹੈ, ਸਿਆਰੀ ਹੈ ਇੱਕ ਵਚਨ। ਇਹਦੇ 18 ਸਿੱਧੀਆਂ ਅਰਥ ਕਿਹੜੇ ਬੇਸ ਤੇ ਕਰ ਲਿਆ ਵਿਦਵਾਨਾਂ ਨੇ? ਸਿੱਧੀ ਦਾ ਇੱਕ ਵਚਨ, ਧੱਦੇ ਨੂੰ ਸਿਆਰੀ ਹੈ, ਸਿੱਧੀ ਹੋਏ, ਰਿੱਧੀਆਂ ਨਾਲ ਹੈ ਉਹ ਨਹੀਂ। ਇਹਦਾ ਸਿੱਧੀਆਂ ਅਰਥ ਕਿਉਂ ਕੀਤਾ? ਸਿੱਧ ਹੋਏ ਦਾ ਮਤਲਬ ਕੰਮ ਸਿੱਧ ਹੋਏ, ਜਿਹੜੇ ਕੰਮ ਆਇਆ ਕੰਮ ਪੂਰਾ ਹੋ ਜੂ। ਉਹ ਕੰਮ ਕੀ ਕਰਨ ਆਇਆ ਹੈ? ਇਹਨੂੰ ਨਿਰਾਕਾਰ ਦਾ ਗਿਆਨ ਨਹੀਂ ਹੈ, ਅਗਿਆਨੀ ਹੈ। ਨਿਰਾਕਾਰ ਦਾ ਦਰਸ਼ਨ ਦਾ ਮਤਲਬ ਨਿਰਾਕਾਰ ਦਾ ਗਿਆਨ ਹੋਣਾ ਹੀ ਦਰਸ਼ਨ ਹੈ, ਸਮਝ ਆਉਣੀ ਜੋ ਦਰਸ਼ਨ ਹੈ। ਸਿੱਧੀ ਦਾ ਮਤਲਬ ਸੋਝੀ ਹੁੰਦਾ। ਇਹ ਸਿੱਧੀ ਲਫ਼ਜ਼ ਜਿਹੜਾ ਹੈ ਗੁਰਬਾਣੀ 'ਚ ਸੋਝੀ ਦੀ ਸੈਂਸ ਤੇ ਬਿਨਾਂ ਕਿਤੇ ਆਇਆ ਹੋਇਆ ਹੀ ਨਹੀਂ। 9 ਨਦੀਆਂ 18 ਸਿੱਧੀਆਂ ਜਿੱਥੇ ਆਈਆਂ ਨੇ ਉੱਥੇ ਜੋਗੀ ਵਾਲੀਆਂ ਨੇ, ਸੰਸਾਰ ਵਾਲੀਆਂ ਨੇ। ਉੱਥੇ 9 ਨਦੀਆਂ 18 ਸਿੱਧੀਆਂ ਬਹੁ ਵਚਨ ਹੈ। ਪਿੱਛੇ ਲੱਗੀਆਂ ਫਿਰਨ ਉਹ ਖੰਡਨ ਕੀਤੀਆਂ ਹੋਈਆਂ ਨੇ। ਜਿੱਥੇ ਸਿੱਧੀ ਲਫ਼ਜ਼ ਹੈ ਉੱਥੇ ਇੱਕ ਵਚਨ, ਉੱਥੇ ਸੋਝੀ ਹੈ ਦਾ ਅਰਥ। 10 ਗ੍ਰੰਥ ਜਿੱਥੇ ਪੜ੍ਹਦੇ ਹਨ ਉੱਥੇ ਸਿੱਧੀ ਦਾ ਅਰਥ ਸੋਝੀ ਵਰਤਿਆ ਹੋਇਆ। ਇੱਥੋਂ ਇਹ ਪਤਾ ਲੱਗਦਾ ਵੀ ਜਿਹੜੀ ਆਹ ਭਾਸ਼ਾ 10 ਗ੍ਰੰਥ ਦੀ ਭਾਸ਼ਾ ਇੱਕ ਹੈ। ਹਿੰਦੀ ਸ਼ਾਸਤਰਾਂ ਦੀ ਭਾਸ਼ਾ ਵਿੱਚ ਸਿੱਧੀ ਲਫ਼ਜ਼ ਦਾ ਅਰਥ ਸੋਝੀ ਹੈ ਹੀ ਨਹੀਂ। ਦਿਖਾਓ ਕਿੱਥੇ? ਇੰਨੇ ਪ੍ਰੂਫ ਨੇ 10 ਗ੍ਰੰਥ ਨੂੰ ਸਿੱਧ ਕਰਨ ਦੇ ਭਾਸ਼ਾ ਦੇ ਲੈਵਲ ਤੇ। ਵਿਦਵਾਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ ਹੈ। ਜਿਹੜੇ ਗੱਲਾਂ ਕਰਦੇ ਨੇ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਹੈਗਾ, ਨਾ ਆਦ ਦਾ ਨਾ ਦਸਮ ਦਾ। ਐਵੇਂ ਟਕੌਸੜੀਆਂ ਮਾਰੀ ਜਾਂਦੇ ਨੇ। ਆ ਸਿੱਧੀ ਲਫ਼ਜ਼ ਇੱਕ ਵਚਨ ਹੈ, ਵਿਆਕਰਨ ਦੇ ਹਿਸਾਬ ਨਾਲ ਇੱਕ ਵਚਨ ਹੈ। ਹਿਸਾਬ ਸਾਨੂੰ ਪਤਾ ਹੀ ਨਹੀਂ ਲੱਗਿਆ ਇਹਦਾ। ਜਿਹੜੇ ਹਿਸਾਬ ਸਾਨੂੰ ਬਣਾਈ ਫਿਰਦੇ ਨੇ ਨਾ ਇਹ, ਉਹਨੂੰ ਤਾਂ ਪਤਾ ਹੀ ਕੱਖ ਨਹੀਂ ਹੈ। ਉਹ ਤਾਂ ਵਿਦਵਾਨ ਵੀ ਵਧੀਆ ਹੈ ਨਹੀਂ, ਵਿਦਵਾਨ ਨਹੀਂ ਵਧੀਆ ਹੈਗਾ ਉਹ। ਜਿੱਥੇ ਸ਼ਰਾਰਤ ਕੀਤੀ ਹੋਈ ਹੈ ਪੰਡਤ ਨੇ ਜਾਣ ਬੁੱਝ ਕੇ, ਉਹ ਸਮਝ ਨਹੀਂ ਸਕਿਆ ਵੀ ਸ਼ਰਾਰਤ ਹੈ। ਭਇਆ ਸੀ ਨਾ, ਭਈ ਲਫ਼ਜ਼ ਸੀ ਨਾ। ਕਹਿੰਦੇ ਤਜੀਲੇ ਬਨਾਰਸ ਮਤ ਭਈ ਥੋੜੀ। ਹੁਣ ਭਈ ਤਾਂ ਹੋ ਗਈ, ਭਈ ਪ੍ਰਾਪਤ ਹੋ ਗਈ। ਉਹਨੇ ਇਹਦਾ ਅਰਥ ਜੇ ਪ੍ਰਾਪਤ ਹੋ ਗਈ ਲਿਖਦਾ ਤਾਂ ਕਾਸ਼ੀ ਖਤਮ ਹੁੰਦੀ ਹੈ ਉਹਨਾਂ ਦੀ। ਹੁਣ ਉਹਨੇ ਕਾਸ਼ੀ ਬਚਾਉਣੀ ਸੀ। ਉਹ ਕਹਿੰਦਾ ਮੈਂ ਬਨਾਰਸ ਤਜ ਦਿੱਤਾ, ਕਾਸ਼ੀ ਤਜਤੀ, ਮੇਰੀ ਮੱਤ ਮਾਰੀ ਗਈ। ਪੜ੍ਹਨ ਤੇ ਲਿਖ ਗਿਆ, ਜਾਣ ਕੇ ਲਿਖਿਆ। ਉਹ ਤਾਂ ਇਹੀ ਲਿਖਦਾ। ਜਦ ਕਿ ਕਬੀਰ ਕਹਿ ਰਿਹਾ ਮੈਨੂੰ ਥੋੜੀ ਜਿਹੀ ਅਕਲ ਆ ਗਈ, ਮੈਂ ਕਾਸ਼ੀ ਛੱਡਤੀ। ਮੇਰੀ ਮੱਤ ਮਾਰੀ ਹੋਈ ਸੀ ਜਿੰਨਾ ਚਿਰ ਮੈਂ ਕਾਸ਼ੀ ਛੱਡੀ ਨਹੀਂ। ਜਿੰਨਾ ਚਿਰ ਮੇਰੀ ਮੱਤ ਮਾਰੀ ਹੋਈ ਸੀ ਸਗਲ ਜਨਮ ਸ਼ਿਵਪੁਰੀ ਗਵਾਇਆ, ਮੈਂ ਸਾਰਾ ਜਨਮ ਗਵਾ ਲਿਆ ਉੱਥੇ। ਇਹਦੇ ਬਾਵਜੂਦ ਵੀ ਅਰਥ ਨਹੀਂ ਸਮਝਿਆ ਕੀ ਨੇ। ਫਿਰ ਉਹਨੂੰ ਵਿਦਵਾਨ ਕਿੱਥੇ ਸੀ, ਬੁੱਧੀ ਕਿੱਥੇ ਸੀ ਉਹਦੇ ਕੋਲ? ਜਿਹੜੇ ਸਾਹਿਬ ਨੂੰ ਪੜ੍ਹਦੇ ਨੇ ਬੁੱਧੀਹੀਨ ਨੇ ਸਾਰੇ। ਜਿਹੜੇ ਉਹਨੂੰ ਸਮਝਦੇ ਨੇ ਠੀਕ ਆ, ਉਹ ਆਪੇ ਬੁੱਧੀਹੀਨ ਨੇ। ਨਹੀਂ ਬੁੱਧੀਹੀਨ ਗੱਲ ਕਰ ਲੈਣ। ਬੁੱਧੀਹੀਨ ਮੈਂ ਕਹਿੰਦਾ ਮੇਰੇ ਤਾਂ ਟੈਲੀਵਿਜ਼ਨ ਤੇ ਮੇਰੇ ਨਾਲ ਗੱਲ ਕਰਨ, ਜਿੱਥੇ ਮਰਜ਼ੀ ਗੱਲ ਕਰਨ, 1 2 ਲੱਖ ਸਿੱਖਾਂ ਦੇ ਵਿੱਚ ਗੱਲ ਕਰਨ, ਮੈਦਾਨ 'ਚ ਆ ਕੇ ਗੱਲ ਕਰਨ। ਤੁਸੀਂ ਕਿਉਂ ਨਹੀਂ ਪਛਾਣਿਆ? ਉਹ ਸ਼ਰਾਰਤ ਕਰਕੇ, ਤੁਹਾਨੂੰ ਸ਼ਰਾਰਤ ਦਾ ਪਤਾ ਨਹੀਂ ਲੱਗਿਆ। ਤੁਹਾਨੂੰ ਹਿੰਦੂ ਮਤ ਪੜ੍ਹਾ ਗਏ, ਤੁਸੀਂ ਉਹਦੇ ਤੇ ਅੜੇ ਹੋਏ ਹੋ।
ਟਾਰਾਂ ਖਿੜਖਿੜੀਆਂ ਮਾਰਦੇ। ਉਹ ਤਾਂ ਕਹਿ ਗਿਆ ਤੂੰ ਬੁੱਧ। ਹਾਲਾਂਕਿ ਅੱਗੇ ਜਾ ਕੇ ਫਿਰ ਕਹਿ ਰਿਹਾ ਕਬੀਰ, ਪਹਿਲੇ ਦਰਸ਼ਨ ਮਗਹਰ ਪਾਇਓ। ਕਹਿ ਤੋ ਉਹਦੀ ਮੱਤ ਮਾਰੀ ਕਦੇ ਗਈ, ਦਰਸ਼ਨ ਤੋਂ ਮਗਰ ਹੋਇਆ, ਫਿਰ ਵੀ ਸੁੱਤੇ ਰਹਿ ਗਏ। ਉਹ ਦਰਸ਼ਨ ਮਗਹਰ ਹੁੰਦਾ ਹੈ। ਕਾਸ਼ੀ ਛੱਡ ਕੇ ਉਹਦੀ ਮੱਤ ਮਾਰੀ ਗਈ। ਮੱਤ ਤਾਂ ਤੁਹਾਡੀ ਮਾਰੀ ਹੋਈ ਹੈ, ਮੱਤ ਤਾਂ ਤੁਹਾਡੀ ਮਾਰੀ ਹੋਈ ਹੈ, ਜਿਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਿਆ। ਉਹ ਤਾਂ ਕਹੂਗਾ ਹੀ ਮੱਤ ਮਾਰੀ ਗਈ। ਉਹਨਾਂ ਦੀ ਕਾਸ਼ੀ ਜਾਂਦੀ ਹੈ ਭਾਈ। ਭਗਤਾਂ ਨੇ ਹਿੰਦੂ ਮੱਤ ਦਾ ਨਾਸ਼ ਕੀਤਾ ਹੋਇਆ। ਉਹਨੇ ਬਚਾਉਣੀ ਸੀ, ਆਪਣੀ ਬਚਾ ਲਈ। ਮਿਸਲਾਂ ਵਾਲੇ ਰਾਜੇ ਬਚਾਉਣਾ ਚਾਹੁੰਦੇ ਸੀ, ਜਿਨ੍ਹਾਂ ਨੇ ਅਰਥ ਕਰਾਏ ਨੇ। ਹਾਂ, ਉਹਦਾ ਅਰਥ, ਉਹ ਤਾਂ ਬਚਾਉਣਾ। ਹੁਣ ਉਹ ਤਾਂ ਚਾਹੁੰਦੇ ਤੇ ਵੀ ਹਿੰਦੂ ਸਿੱਖ ਇੱਕ ਹੋ ਜਾਣ। ਔਰ ਦਿੱਤ ਸਿੰਘ ਉਹਨਾਂ ਨੇ ਵਿਰੋਧਤਾ ਕੀਤਾ, ਪਰ ਦਿੱਤ ਸਿੰਘ ਉਹਨਾਂ ਨੂੰ ਕਿਹੜਾ ਪਤਾ ਸੀ ਵੀ ਕਿੱਥੇ ਗਲਤੀ ਹੈ। ਗਲਤੀ ਕਿਤਾਬ ਲਿਖਦੇ ਵੀ ਇੱਥੇ ਇੱਥੋਂ ਗਲਤ ਕਰ ਗਿਆ। ਜਾਂ ਦਿੱਤ ਸਿੰਘ ਜੇ ਜਿੱਡਾ ਵੱਡਾ ਹੀ ਕਲਾਕਾਰ ਸੀ, ਜਿਹੜੇ ਰੌਲਾ ਪਾਉਂਦੇ ਨੇ, ਉਹ ਆਪ ਅਰਥ ਕਰ ਦਿੰਦਾ, ਟੀਕਾ ਆਪ ਕਰ ਦਿੰਦਾ। ਟੀਕਾ ਕਰਦਾ ਉਹ, ਰੌਲਾ ਕਾਹਦੇ ਪਾਇਆ ਵੀ ਟੀਕਾ ਗਲਤ ਹੈ। ਟੀਕਾ ਕਰ ਦਿੰਦਾ, ਜਿੱਥੇ ਜਿੱਥੋਂ ਗਲਤੀ ਹੈ ਕਿਤਾਬ ਹੀ ਲਿਖ ਦਿੰਦਾ ਵੀ ਇੱਥੇ ਇੱਥੇ ਉਹਨੇ ਆਹ ਗਲਤੀਆਂ ਕੀਤੀਆਂ। ਉਹ ਵੀ ਨਹੀਂ ਕੀਤਾ। ਕੁਛ ਵੀ ਕਿਸੇ ਦੇ ਪੱਲੇ ਨਹੀਂ ਹੈ। ਜਾਬਾਂ ਦਾ ਭੇਡ ਕਰਦੇ ਨੇ ਐਵੇਂ ਫਜ਼ੂਲ ਦੀਆਂ ਗੱਲਾਂ ਬਣਾਈਆਂ ਹੋਈਆਂ ਹਵਾ ਦੇ ਵਿੱਚ, ਸ਼ੰਕਾਵਾਂ। ਠੋਸ ਗੱਲ ਕੋਈ ਕਿਸੇ ਕੋਲ ਨਹੀਂ ਹੈ। ਬੱਤ ਭਈ ਥੋੜੀ ਦਾ ਮਤਲਬ ਹੈ ਮੈਨੂੰ ਥੋੜੀ ਜਿਹੀ ਅਕਲ ਆ ਗਈ, ਮੈਨੂੰ ਸ਼ੰਕਾ ਪੈਦਾ ਹੋ ਗਈ ਉਹਨਾਂ ਤੇ। ਜਦੋਂ ਕਹਿੰਦਾ ਮੇਰਾ ਇਹ ਮੁੰਡਿਆ ਕਿਉਂ ਨਾ ਬੋਇਓ, ਸ਼ੰਕਾ ਹੀ ਹੈ। ਭੁੱਖੇ ਭਗਤ ਨਾ ਕੀਜੈ ਮਾੜਾ ਆਪਣੀ ਲੀਜੈ, ਸ਼ੰਕਾ ਹੀ ਹੈ। ਜਦ ਦੇਖਿਆ ਬੇੜਾ ਜਰਜਰਾ ਤਾਂ ਉਤਰ ਪਰੇ ਫਰਕ, ਸ਼ੰਕਾ ਹੀ ਹੈ। ਇਹ ਸਾਰੀਆਂ ਗੱਲਾਂ ਕੀ ਕਹਿੰਦੀਆਂ ਨੇ, ਕਿੱਧਰ ਇਸ਼ਾਰਾ ਕਰਦੀਆਂ ਨੇ। ਉਹ ਕਹਿੰਦਾ ਮੇਰੀ ਮੱਤ ਮਾਰੀ ਗਈ। ਮੱਤ ਤਾਂ ਤੁਹਾਡੀ ਮਾਰੀ ਗਈ, ਜਿਨ੍ਹਾਂ ਨੇ ਗੱਲ ਮੰਨ ਲਈ। ਕਿੱਡਾ ਕੁਛ ਪਿਆ ਕਬੀਰ ਦੇ ਵਿੱਚ, ਤੁਹਾਨੂੰ ਕੁਝ ਵੀ ਨਹੀਂ ਪਤਾ। ਕਿੱਡਾ ਬਾਉਂਡਰ ਖੜਾ ਕੀਤਾ ਦੱਸੋ ਤੇ ਪਤਾ ਕੱਖ ਨਹੀਂ। ਤੁਹਾਡੇ ਕੋਲ ਕੁਝ ਹੈ ਨਹੀਂ, ਲੈਣ ਨਹੀਂ, ਦੇਣ ਨਹੀਂ। ਬਾਣੀ ਤੁਹਾਨੂੰ ਠੀਕ ਪੜ੍ਹਨੀ ਵੀ ਨਹੀਂ ਆਉਂਦੀ, ਅਰਥ ਤਾਂ ਬਹੁਤ ਦੂਰ ਦੀ ਗੱਲ ਹੈ। ਜਿੱਥੇ ਗਲਤ ਪ੍ਰਿੰਟ ਹੋਇਆ ਉਹ ਤੁਹਾਨੂੰ ਪਤਾ ਨਹੀਂ ਵੀ ਕੀ ਹੈ। ਹਾਂਜੀ, ਮਨ ਹੀ ਮਨ ਸਿਓ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਏ। ਮਨ ਹੀ ਮਨ ਸਿਓ ਕਹੇ ਕਬੀਰਾ। ਆਪਣੇ ਮਨ ਨੂੰ ਕਹਿੰਦਾ, ਲੋਕਾਂ ਨੂੰ ਕੀ ਕਹੇ, ਕਿਹਨੂੰ ਕਹੇ? ਦੂਜਾ ਹੋਵੇ ਕਿਉਂਕਿ ਦੂਜੇ ਨੂੰ ਕਹੇ, ਕਿਹਨੂੰ ਕਹੇ ਗੱਲ? ਕਬੀਰ ਆਪਣੇ ਮਨ ਨਾਲੇ ਗੱਲ ਕਰਦਾ ਵੀ ਤੇਰੇ ਵਰਗਾ ਨਹੀਂ ਕੋਈ। ਹੁਣ ਤੂੰ ਉਲਟੀ ਗੰਗਾ ਵੀ ਚਲਾਉਣਾ, ਹੁਣ ਸਿੱਧੀ ਵੀ ਚਲਾਉਣਾ ਤੂੰ ਹੀ ਹੈ। ਮਨਸਾ ਮਿਲਿਆ ਨਾ ਕੋਏ। ਤੂੰ ਪੁੱਠੇ ਪਾਸੇ ਨੂੰ ਜਿੰਨਾ ਤੇਜ਼ ਜਾਏਗਾ, ਦੇਖੋ ਨਾ ਆਪਣੀ ਹੁਣ ਕੋਈ ਗੱਡੀ ਹੈ, ਜੇ 100 ਕਿਲੋਮੀਟਰ ਦੀ ਸਪੀਡ ਤੇ ਚੱਲਦੀ ਹੈ, ਆਪਾਂ ਨੇ 80 ਤੇ ਚਲਾਈ ਹੈ। ਜੇ ਰਾਹ ਭੁੱਲ ਗਏ, ਟਾਈਮ ਥੋੜਾ ਰਹਿ ਗਿਆ, ਤਾਂ ਆਪਾਂ 125 ਕਿਲੋਮੀਟਰ ਤੇ ਚਲਾ ਲਾਂਗੇ। ਫਿਰ ਹੁਣ ਜੇ 150 ਤੇ ਚੱਲ ਸਕਦੀ ਹੈ ਵੀ ਭਾਈ ਹੁਣ ਥੋੜੀ ਜਿਹੀ ਤੇਜ਼ ਚਲਾ ਕੇ ਚੱਲੀਏ, ਆਪਾਂ ਪੇਸ਼ੈਂਟ ਨਾਲ ਜਾਈਏ। ਵੀ ਹੁਣ ਤੂੰ ਭਾਈ, ਤਾਂ ਹੀ ਉਹ ਕਹਿ ਰਿਹਾ ਨਾ ਵੀ ਹੁਣ ਤੂੰ ਭੱਜ ਜਿੱਦਾਂ ਭੱਜਣਾ। ਮਨ ਨੂੰ ਕਹਿੰਦੇ ਖੁੱਲਾ ਮੌਕਾ, ਨਹੀਂ ਤਾਂ ਪ੍ਰੇਮ ਕੇ ਚਾਬਕ ਮਾਰੂ। ਪਹਿਲਾਂ ਤਾਂ ਤੈਨੂੰ ਮੈਂ ਰੋਕਦਾ ਤਾਂ ਤੂੰ ਭੱਜਦਾ ਸੀ, ਹੁਣ ਤੂੰ ਭੱਜ। ਨਿਰੰਕਾਰ ਕੇ ਦੇ ਘਰ ਨੂੰ ਚੱਲੀਏ। ਨਹੀਂ ਹੌਲੀ ਚੱਲੇਗਾ, ਹੁਣ ਚਾਬਕ ਵੀ ਮਾਰੂ। ਹਾਂ, ਜਦ ਬੌਲਦ ਭਜਾਉਂਦੇ ਨੇ ਗੱਡੀਆਂ ਨੂੰ, ਫਿਰ ਮਾਰਦੇ ਨਾ ਆਰਾਂ ਜਿਹੜੀਆਂ ਹੁੰਦੀਆਂ ਨੇ। ਕਹਿੰਦਾ ਭੱਜੋ ਹੁਣ, ਕਿ ਫਿਰ ਇਨਾਮ ਜੋ ਲੈਣਾ ਹੁੰਦਾ। ਜੇ ਪੁੱਠੇ ਪਾਸੇ ਨੂੰ ਜ਼ਿਆਦਾ ਜਾ ਸਕਦਾ, ਇੱਧਰ ਨਾ ਹੁਣ ਜ਼ੋਰ ਜਿੰਨਾ ਲਾਉਣਾ ਤੇਰਾ ਹੈਗਾ। ਤੂੰ ਬੜਾ ਤੇਜ਼ ਕਹਿਣਾ ਆਪਣੇ ਆਪ ਨੂੰ। ਮਨ ਹੀ ਮਨ ਸਿਓ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਏ। ਮਨਸਾ ਮਿਲਿਆ ਨਾ ਕੋਏ। ਮਨ ਵਰਗਾ ਤਾਂ ਕੋਈ ਹੈ ਹੀ ਨਹੀਂ ਤੇਜ਼ ਰਫ਼ਤਾਰ ਵਾਲਾ ਘਰ ਨੂੰ ਜਾਣ। ਕਿਉਂ ਬਣ ਗਿਆ ਨਾ ਮਨ। ਇਹ ਮਨ ਸ਼ਕਤੀ, ਇਹ ਮਨ ਸੀਓ। ਮਨ ਬਹੁਤ ਬੜੀ ਸ਼ਕਤੀ ਦਾ ਨਾਮ ਹੈ। ਇਹ ਮਨ ਸ਼ਕਤੀ। ਸਾਡੇ ਕੋਲ ਸ਼ਕਤੀ ਕੋਈ ਨਹੀਂ ਹੈ ਮਨ ਤੇ ਘਰ ਨੂੰ ਜਾਣ ਵਾਲੀ। ਕਾਹਦੇ ਨਾਲ ਜਾਈਏ ਹੁਣ? ਮਨ ਦੀ ਸ਼ਕਤੀ ਨਾਲੇ ਘਰ ਨੂੰ ਜਾਣਾ, ਮਨ ਦੀ ਇੱਛਾ ਨਾਲੇ ਘਰ ਨੂੰ ਜਾਣਾ। ਜੇ ਇੱਛਾ ਇਹਦੀ ਨਹੀਂ ਤਾਂ ਘਰ ਜਾ ਹੀ ਨਹੀਂ ਸਕਦੇ। ਜਿੰਨਾ ਚਿਰ ਇਹਦੇ ਅੰਦਰ ਇੱਛਾ ਨਹੀਂ ਪੈਦਾ ਹੋਈ, ਘਰ ਨਹੀਂ ਬਣ ਸਕੇ। ਇਹਦੀ ਇੱਛਾ ਨਾਲ ਘਰ ਬਣ ਸਕਣਾ।
ਕੁੰਡਾ ਨਹੀਂ, ਕੁੰਡਾ ਇਸ ਨੇ ਖੋਲ੍ਹਣਾ ਖਲਵਾਉਣਾ, ਇਹਦੇ ਕਹੇ ਤੇ ਕੁੰਡਾ ਖੁੱਲ੍ਹਣਾ। ਭੁੱਖੇ 'ਚ ਪੈਦਾ ਹੋਣੀ ਹੈ। ਸਾਚੇ ਨਾਮ ਕੀ ਲੱਗਾ, ਭੁੱਖੇ ਨੂੰ ਲੱਗਦੀ ਹੈ। ਭੁੱਖੇ ਇਸ ਨੂੰ ਲੱਗਦੀ ਹੈ, ਦੂਏ ਨੂੰ ਤਾਂ ਭੁੱਖ ਲੱਗਦੀ ਹੋਈ ਨਹੀਂ। ਪੇਟ ਨੂੰ ਇਹ ਭੁੱਖ ਲੱਗਣੀ ਹੈ, ਖਰਾਬੀ ਪੇਟ 'ਚ ਸੀ। ਕੋਈ ਖੁਰਾਕ ਪੇਟ ਦੀ ਸਾਰੇ ਸਰੀਰ ਨੂੰ ਮਿਲਣੀ ਹੈ, ਗੱਲ ਅਲੱਗ ਹੈ। ਪਰ ਭੁੱਖ ਤਾਂ ਮਿਹਦੇ ਨੂੰ ਲੱਗਣੀ ਹੈ। ਜੇ ਮਿਹਦਾ ਹੀ ਹਜਮ ਨਹੀਂ ਕਰਦਾ, ਚੱਲਦਾ ਨਹੀਂ, ਸਾਰਾ ਸਰੀਰ ਤਾਂ ਬਸ ਢਾਲ ਹੋਇਆ ਪਿਆ। ਕਮਜ਼ੋਰੀ ਸਰੀਰ ਨੂੰ ਹੈ, ਨੁਕਸ ਮਿਹਦੇ 'ਚ, ਨੁਕਸ ਮਨ ਵਿੱਚ ਸੀ, ਸਰੀਰ ਬੇਕਾਰ ਹੋਇਆ ਪਿਆ ਸੀ ਸਾਰਾ। ਜੇ ਮਿਹਦਾ ਠੀਕ ਹੋ ਜਾਵੇ, ਪਾਚਨ ਸ਼ਕਤੀ ਵਧੀਆ ਹੋ ਜਾਏ, ਸਰੀਰ ਫਿਰ ਹੋ ਜਾਏ। ਇਸ ਕਰਕੇ ਮਿਹਦੇ ਵਰਗੀ ਕੋਈ ਚੀਜ਼ ਨਹੀਂ ਹੈ, ਮਨ ਵਰਗੀ ਕੋਈ ਚੀਜ਼ ਨਹੀਂ ਹੈ। ਜਦ ਇਹਨੂੰ ਹਜਮ ਹੋਣ ਲੱਗ ਜਾ ਨਾ ਮਨ ਨੂੰ, ਸੱਚ, ਫਿਰ ਕਿਆ ਗੱਲਾਂ ਨੇ। ਫਿਰ ਇਹ ਜਨਮ ਦੀ ਜਿਹੜੀ ਮੈਲ ਲੱਗੀ ਹੋਈ ਆ, ਮਿੰਟਾਂ 'ਚ ਕਮੀ ਹੈ, ਮਿੰਟਾਂ 'ਚ ਪੂਰੀ ਕਰ ਦਿੰਦਾ। ਕਈ ਸਾਲ ਦੇ ਵਿੱਚ ਜਿਹੜੀ ਕਮੀ ਪੈਦਾ ਹੋਈ ਸੀ, ਮਹੀਨਿਆਂ 'ਚ ਠੀਕ ਕਰ ਦਿੰਦਾ। ਖੁਰਾਕ ਵਧੀਆ ਦੇ ਦਿਓ ਇਹਨੂੰ, ਖੁਰਾਕ ਦੀ ਗੱਲ ਹੈ ਨਾ। ਫਿਰ ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਸ਼ਕਤੀ, ਬਹੁਤ ਸ਼ਕਤੀ ਹੈ। ਇਹਨੂੰ ਕੋਈ ਜ਼ਬਰਦਸਤੀ ਨਹੀਂ ਮੋੜ ਸਕਦਾ, ਜ਼ਬਰਦਸਤੀ ਨਹੀਂ ਮੋੜ ਸਕਦਾ। ਇਹ ਤਾਂ ਸ਼ਕਤੀ ਹੈ। ਜੋਗੀਆਂ ਨੇ ਜ਼ੋਰ ਲਾ ਲਿਆ, ਮਨ ਮੁੜਿਆ ਨਹੀਂ। ਮਾਲਾ ਵਾਲਿਆਂ ਨੇ ਜ਼ੋਰ ਲਾ ਲਿਆ, ਮਨ ਟਿਕਿਆ ਨਹੀਂ। ਕੋਈ ਸੰਸਾਰ ਦੀ ਬੁੱਧੀ 'ਚ ਇੰਨੀ ਸ਼ਕਤੀ ਨਹੀਂ ਹੈ, ਬੁੱਧੀ 'ਚ ਬਲ ਨਹੀਂ ਹੈ ਕਿ ਇਹਨੂੰ ਮਨ ਨੂੰ ਰੋਕ ਕੇ ਫੜ ਕੇ ਕਢਾ ਦੇਵੇ। ਬਹੁਤ ਮੱਤਾਂ ਬਣੀਆਂ ਹੋਈਆਂ ਨੇ ਸੰਸਾਰ 'ਚ, ਬਹੁਤ ਗਿਆਨ ਹੈ ਸੰਸਾਰ ਦੇ ਵਿੱਚ। ਸੰਸਾਰ ਦਾ ਗਿਆਨ ਕੋਈ ਐਸਾ ਗਿਆਨ ਨਹੀਂ ਜਿਹੜਾ ਇਹਨੂੰ ਰੋਕ ਲਵੇ, ਮਨ ਨੂੰ ਖੜਾ ਕਰ ਲਵੇ। ਨਹੀਂ ਰੁਕਦਾ। ਮੈਂ ਤਾਂ ਨਿਰਾਕਾਰ ਦੇ ਦੇਸ਼ ਦਾ ਹੀ ਗਿਆਨ, ਜਿਹਨੇ ਰੋਕਿਆ ਇਹਨੂੰ, ਜਿਹਨੇ ਮਨ ਬਣਾਇਆ ਨਾ, ਜਿਹਨੇ ਮਨੂਆ ਸਾਜਿਆ, ਇਹ ਤਾਂ ਉਹਨੇ ਇਹਦੀ ਦਵਾਈ ਬਣਾਈ ਹੈ। ਜਿੱਥੇ ਕਾਰ ਬਣ ਕੇ ਆਉਂਦੀ ਹੈ ਪੁਰਜੇ, ਉੱਥੋਂ ਹੀ ਬਣ ਕੇ ਆਉਂਦੇ ਨੇ ਸਵੇਰ ਪਾਰਟ, ਪਹਿਲਾਂ ਬਾਅਦ 'ਚ ਨਕਲਾਂ ਵਾਲੇ ਬਣਾ ਲੈਂਦੇ ਨੇ। ਇਹ ਮਨ ਸ਼ਕਤੀ, ਇਹ ਮਨ ਸਿਓ। ਇਸ ਕਰਕੇ ਇਸ ਮਨ ਨੂੰ ਸਿਓ ਲੋ ਫਟਿਆ ਹੋਇਆ ਹੈ, ਫਟਿਆ ਹੋਇਆ ਹੈ। ਸਾਬਤ ਕਰ ਲੋ ਸਿਉ ਕੇ ਸੋਨੇ ਕੀ ਸੋਈ, ਰੂਪੇ ਕਾ ਧਾਗਾ, ਰੂਪੇ ਕਾ ਤਾਗਾ, ਨਾਮੇ ਕਾ ਵਨ, ਨਾਮੇ ਕਾ ਹਰ ਸਿਉ ਲਾਗਾ, ਚਿੱਤ ਹਰ ਸਿਉ ਲਾਗਾ। ਇਹਨੂੰ ਹਰ ਦੇ ਨਾਲ ਸਿਉ ਲੋ, ਬੜੀ ਸ਼ਕਤੀ ਹੈ। ਸਿਮਰੋ ਇਹਨੂੰ ਸਿਉ, ਛੱਡ ਨਾ ਦਿਓ, ਫਿਰ ਨਹੀਂ ਹੱਥ ਆਉਣਾ। ਇਹ ਐਸੀ ਸ਼ਕਤੀ ਹੈ, ਫਿਰ ਨਹੀਂ ਫੜਾਉਣਾ। ਇੱਕ ਵਾਰ ਫੜਿਆ ਹੋਇਆ, ਸਿਉ ਲੋ ਇਹਨੂੰ। ਇਹ ਮਨ ਪੰਜ ਤੱਤ ਕੋ ਜੀਓ। ਪੰਜ ਤੱਤ ਹੈ ਨਾ, ਜਿਹੜਾ ਪੰਜ ਤੱਤ ਜਿਹਨੂੰ ਕਿਹਾ, ਉਹੀ ਪੰਜ ਤੱਤ ਹੈ। ਜਿਹੜਾ ਕਹਿੰਦਾ ਮੇਰਾ ਮਨ ਨਹੀਂ ਬਣਦਾ, ਉਹ ਪੰਜ ਤੱਤ ਹੈ। ਆਏ ਉਹ ਗੱਲ ਪੰਜ ਤੱਤ ਹੈ। ਆ ਜਿਹੜਾ ਕਹਿੰਦਾ ਨਾ ਇਹ ਮਨ ਪੰਜ ਤੱਤ ਕੋ ਜੀਓ, ਉਹ ਜਿਹੜਾ ਕਹਿੰਦਾ ਮੇਰਾ ਜੀ ਨਹੀਂ ਕਰਦਾ ਰੋਟੀ ਖਾਣ ਨੂੰ, ਉਹ ਪੰਜ ਤੱਤ ਉਹੀ ਹੈ, ਉਹੀ ਤੂੰ ਹੈ। ਤੂੰ ਬਾਹਰ ਨਹੀਂ ਹੈ ਕਿਤੇ। ਸਮਝ ਲੱਗੀ ਗੱਲ ਦੀ? ਨਹੀਂ ਲੱਗੀ ਹੈ। ਫਿਰ ਦੋ ਤਿੰਨ ਵਾਰ ਕਹੇ ਤਾਂ ਲੱਗੂਗੀ। ਜਿਹੜਾ ਕਹਿੰਦਾ ਨਾ ਮੇਰਾ ਜੀ ਨਹੀਂ ਕਰਦਾ ਰੋਟੀ ਖਾਣ ਨੂੰ, ਉਹ ਪੰਜ ਤੱਤ ਹੈ। ਪੰਜ ਤੱਤ ਕਿਤੇ ਬਾਹਰ ਨਹੀਂ ਹੈ। ਤੇ ਕਿੱਥੇ ਬੋਲਦਾ ਕਬੀਰ? ਪੰਜ ਤੱਤ ਦਾ ਦਰਸ਼ਨ ਹੈ ਇਹ। ਪੰਕਤੀ 'ਚ ਪੰਜ ਤੱਤ ਦਾ ਦਰਸ਼ਨ ਹੈ। ਇੱਥੋਂ ਸਮਝ ਆਊ, ਇਹ ਤੋਂ ਗਾਂ ਕੋਈ ਨਹੀਂ ਹੈ, ਕੁਛ ਨਹੀਂ। ਫਿਰ ਪੰਜ ਤੱਤ ਤੱਕ ਪਹੁੰਚ ਗਏ। ਪੰਜ ਤੱਤ ਨਹੀਂ, ਪੰਜ ਤੱਤ। ਹਾਂ, ਇੱਕ ਤੱਤ, ਪਰਮ ਤੱਤ। ਉਹ ਆਪ ਪਰਮ ਤੱਤ ਹੈ, ਜਿਹੜਾ ਕਹਿੰਦਾ ਮੇਰਾ ਜੀ ਨਹੀਂ ਕਰਦਾ। ਪੰਜ ਤੱਤ ਕੋ ਜੀਓ ਹੈ ਨਾ, ਜਿਹਦਾ ਜੀਓ ਹੈ ਪੰਜ ਤੱਤ ਹੈ। ਜਿਹੜਾ ਜੀਓ ਹੈ ਮਨ। ਲੱਗੀ ਸਮਝ? ਜਿਹਦਾ ਜੀਓ ਹੈ ਉਹ ਪੰਜ ਤੱਤ ਹੈ, ਜਿਹੜਾ ਜੀਓ ਹੈ ਉਹ ਮਨ।
ਇਦੋਂ ਗਾਹਾਂ ਹੋਰ ਕੁਛ ਨਹੀਂ ਹੈ, ਗਾਹਾਂ ਕੁਛ ਨਹੀਂ। ਪੰਜ ਤੱਤ ਔਰ ਜੀਓ ਦੋਏ ਹੋ ਗਏ, ਹੁਣ ਹੋਰ ਰਹਿ ਕੀ ਗਿਆ? ਪ੍ਰਾਤਮਾ ਪੰਜ ਤੱਤ ਹੈ, ਆਤਮਾ ਮਨ, ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਪੰਜ ਤੱਤ ਕੋਈ ਜੀਓ। ਜਿਹੜਾ ਕਹਿੰਦਾ ਮੇਰਾ ਜੀ ਨਹੀਂ ਕਰਦਾ, ਮੇਰਾ ਮਨ ਨਹੀਂ ਕਰਦਾ, ਇਹ ਜੀਵਨ ਪੰਜ ਤੱਤ ਤੋਂ ਪੈਦਾ ਹੋਇਆ ਹੈ ਜੀਓ। ਜਿਹੜਾ ਜਗ ਜੀਵਨ ਹੈ ਨਾ, ਜਗ ਜੀਵਨ ਅਸਲ ਦੇ ਵਿੱਚ ਪੰਜ ਤੱਤ ਨੇ ਜਗ ਜੀਵਨ ਆਪਣੇ ਵਿੱਚੋਂ ਪੈਦਾ ਕੀਤਾ। ਜਗ ਨੂੰ ਜੀਵਨ ਉਹਨੇ ਦਿੱਤਾ, ਜਗ ਜੀਵਨ ਪੁਰਖ ਹੈ ਉਹ। ਪੰਜ ਤੱਤ, ਹਾਂ, ਉਹ ਜਿਹੜਾ ਪੁਰਖ ਹੈ ਨਾ, ਉਹੀ ਕਰਤਾ ਪੁਰਖ ਹੈ, ਉਸ ਨੂੰ ਕਰਤਾ ਪੁਰਖ ਕਿਹਾ ਹੋਇਆ। ਉਹਨੇ ਜਗ ਨੂੰ ਜੀਵਨ ਦਿੱਤਾ, ਜਗ ਨੂੰ ਜੀਵਨ ਦਿੱਤਾ, ਆਪਣੇ ਵਿੱਚੋਂ ਆਪਣੀ ਲੈਣ ਛੱਡੀ ਹੈ, ਜੋਤ ਛੱਡੀ ਹੈ ਜਗ ਚ, ਸਰੀਰ 'ਚ। ਫਿਰ ਜਗ ਜੀਵਨ ਪੁਰਖ ਤਿਆਗ ਕੇ ਲੱਗੀ ਮਾਇਆ ਤੋ। ਉਹ ਕਹਿੰਦਾ ਸੀ ਮੈਂ ਵੀ ਹੁਣ ਸਿਰੇ ਜਾਵਾਂਗੇ ਉਧਰ, ਨਹੀਂ ਪਤਾ ਏਦੋਂ ਕਹਾਂ ਕੁਛ ਨਹੀਂ ਹੁਣ ਹੈਗਾ। ਮਨ ਕੁਛ ਨਹੀਂ ਹੈ, ਇਹ ਤਾਂ ਹੈ ਹੀ ਨਹੀਂ ਕੁਛ। ਇਹ ਤਾਂ ਉਹਨੇ ਐਂ ਹੱਥ ਕਰਕੇ ਵਿੱਚੋਂ ਲੈਣ ਕੱਢਤੀ, ਲੈਣ ਨੇ ਮੂਰਤ ਜਿਹੜੀ ਸੀ। ਜਿਨ ਗੋਏ ਉਠਾਲੀ, ਗੋਰਖ ਸੋਏ ਦਿਨ, ਹਾਂ ਉਹ ਗੋਰਖ ਹੈ, ਗੋ ਰਕਸ਼ਕ। ਗੋਰਖ ਦਾ ਮਤਲਬ ਨਾ ਗੋ ਰਕਸ਼ਕ, ਆਤਮਾ ਦਾ ਰਕਸ਼ਕ। ਜਿਨ ਗੋਏ ਉਠਾਲੀ, ਉਠਾਲੀ, ਆਪਣੀ ਸ਼ਕਤੀ ਦੂਰ ਹੋਈ। ਸ਼ਕਤੀ ਕਿਹਦੀ ਹੈ? ਮਨ, ਉਸੇ ਦੀ ਸ਼ਕਤੀ ਹੈ। ਹਾਂ, ਉਸੇ ਦੀ ਸ਼ਕਤੀ ਹੈ। ਉਹ ਕੌਣ ਹੈ? ਉਹ ਸਕਤਾ ਹੈ, ਉਹਨੂੰ ਸਕਤਾ ਕਹਿੰਦੇ ਨੇ। ਜਿਹੜਾ ਉਹਦੀ ਰੀਸ ਕਰੇ ਉਹਨੂੰ ਸਾਕਤ ਕਹਿੰਦੇ ਨੇ। ਜਦੋਂ ਮਨ ਉਹਦਾ ਸ਼ਰੀਕ ਬਣਦਾ ਫਿਰ ਇਹ ਸਾਕਤ ਹੈ। ਇਹ ਤਾਂ ਸ਼ਕਤੀ ਉਹਦੀ ਹੈ, ਜਿਹਦੀ ਸ਼ਕਤੀ ਹੈ ਉਹਦੇ ਨਾਲ ਸ਼ਰੀਕਤ ਕਰਦਾ ਹੈ। ਆਪਣੇ ਮੂੰਹ ਨਾਲ ਟਕਰਾਓ। ਹਾਂ, ਸ਼ਕਤੀ ਨਾਲ ਸ਼ਰੀਕਤ ਕੈਸੀ? ਕਹਿੰਦੇ ਨਿਉ ਕੇ ਵਕਤ ਲਿਖਾਈਏ। ਸ਼ਕਤੀ ਨਾਲ ਕਾਦੀ ਸ਼ਰੀਕਤ? ਨਿਉ ਕੇ ਵਕਤ ਲਿਖਾਈਏ, ਦੀਵਾ ਹੋ ਕੇ। ਸ਼ਰੀਕਤ ਕੈਸੀ? ਸ਼ਕਤੀ ਨਾਲ ਸ਼ਰੀਕਤ ਕੈਸੀ? ਦੀਵਾ ਹੋ ਕੇ ਵਕਤ ਲਿਖਾਈਏ। ਉਹਦੇ ਅੱਗੇ ਤਾਂ ਨਿਵਾ ਹੋਣਾ ਚਾਹੀਦਾ ਸੀ। ਐਸੇ ਭਗਤੀ ਹੈ ਗੁਰਬਾਣੀ ਦੀ, ਬਾਣੀ ਤੋਂ ਬਾਹਰ ਹੈ ਤਾਂ ਗੱਲ ਨੇੜੇ ਤੇੜੇ, ਹੈ ਤਾਂ ਗੱਲ ਕਲੀਅਰ ਕਰਦੀ। ਇਹ ਸੰਸਾਰੀ ਸਕਤੇ ਦੀ ਗੱਲ ਕੀਤੀ ਹੈ ਨਾ, ਸੰਸਾਰੇ ਸਕਤੇ ਦੀ ਗੱਲ ਕੀਤੀ ਹੈ। ਚਾਹੇ ਅਜੇ ਸਕਤਾ ਸਕਤੇ ਜਿਸ ਠਾਕਰ ਤੋਂ ਨਹੀਂ ਚਾਰਾ ਤਾਕੋ ਵਿਜੇ ਸਦਨ ਨਮਸਕਾਰਾ। ਉਹੀ ਗੱਲ ਹੈ ਨਾ, ਉਹੀ ਗੱਲ। ये मन ले जो उन्मन रहे हाँ। तो तीन लोग की बातें कहे। ਹੁਣ ਪਿੱਛੇ ਮੁੜਿਆ ਹੈ, ਉਦੋਂ ਪਿੱਛੇ ਮੁੜਿਆ ਹੈ ਨਾ, ਹੁਣ ਸੰਸਾਰ 'ਚ ਫਿਰ ਆ ਗਏ। ਇਹ ਮਨ ਨੂੰ ਲੈ ਕੇ ਫੜ ਕੇ ਆਪਣੇ ਕਾਬੂ ਕਰਕੇ, ਆਪਣੀ ਸ਼ਕਤੀ ਹੈ ਮਨ, ਆਪਣੀ ਸ਼ਕਤੀ ਨੂੰ ਆਪਣੇ ਵਿੱਚੇ ਸਮਾ ਕੇ ਬੁੱਧੀ ਜੋ ਉਨਮਨ ਰਹੇ, ਸੰਸਾਰ ਵੱਲ ਨੂੰ ਪਿੱਠ ਕਰਕੇ ਰਹੇ, ਅੰਤਰ ਧਿਆਨ ਹੋ ਕੇ ਰਹੇ। ਉਨਮਨ ਰਹੇ ਦਾ ਮਤਲਬ ਅੰਤਰ ਧਿਆਨ ਹੋ ਕੇ ਰਹੇ, ਬਾਹਰ ਧਿਆਨ ਹੋ ਕੇ ਨਾ ਰਹੇ, अंतर ध्यान होके रहे। तो तीन लोग की तो तीन लोग की बातें कहे, तो तीन लोग की बाणी उचारण होती है, वरना नहीं होती। ये तीन लोग की गल है। तीन लोग दर्शन गल्लां दा करदे ने संत, पर आ जिहने कही है उन्हें दसी है भी ऐ कह होती है, और ऐ दर्शन कराया जांदा तीन लोग। ये आत्म दर्शन, आत्म दर्शन या गुर दर्शन। दर्शन का मतलब होता है गुरदर्शन, ज्ञान स्वरूप दर्शन है, बुद्धि का विषय जो समझना वही दर्शन है। 6 दर्शन ने, 6 दर्शन ने, 5 ताने बाहर संसार के दर्शन, ज्ञान अंदर ने जिहड़े साडे दर्शन ने। ਅੱਖਾਂ ਨਾਲ ਕੁਛ ਅਸੀਂ ਦੇਖਦੇ ਹਾਂ,
ਕੰਨਾਂ ਨਾਲ ਕੁਝ ਸੁਣ ਕੇ ਸਮਝਦੇ ਹਾਂ, ਉਹ ਵੀ ਦਰਸ਼ਨ ਹੈ। ਸੰਸਾਰ ਨਾਲ ਜੋੜਨ ਵਾਲੇ ਨੇ। ਆ ਚਮੜੀ ਦਾ ਸਾਡਾ ਸਪਰਸ਼ ਕਰਕੇ ਪ੍ਰਭਾਵ ਹੈ, ਸਪਰਸ਼ ਦਾ ਦਰਸ਼ਨ ਹੈ, ਇਹ ਸਮਝ ਆਉਂਦੀ ਹੈ। ਦਰਸ਼ਨ ਪਿੱਛੇ ਸਮਝੇ ਹੈ, ਜੀਭ ਨਾਲ ਅਸੀਂ ਦੇਖਦੇ ਹਾਂ, ਖੱਟਾ ਮਿੱਠਾ, ਨਮਕੀਨ, ਕੌੜਾ, ਕਸਿਆਲਾ, ਉਹ ਵੀ ਦਰਸ਼ਨ ਹੈ। ਨੱਕ ਨਾਲ ਖੁਸ਼ਬੂ ਬਦਬੂ ਦੀ ਗੱਲ ਹੈ। ਤੇ ਇੱਕ ਹੋਰ ਹੈ ਦੋ ਇਲਾਵਾ, ਉਹ ਸਿੱਧਾ ਬੁੱਧੀ ਦਾ ਹੀ ਦਰਸ਼ਨ ਹੈ, ਬਸ ਬਰੇਨ ਬੁੱਧੀ ਦਾ। ਇਹਦੇ ਮਨ 'ਚ ਕੀ ਹੈ, ਇਹ ਅੱਖਾਂ ਦੇ ਦੇਖੇ ਤੇ ਨਹੀਂ ਪਤਾ ਲੱਗਦਾ। ਕਹਿੰਦੇ ਵੀ ਰਿਸ਼ਤਾ ਤਾਂ ਕਰ ਲਿਆ, ਕੀ ਪਤਾ ਸੀ ਉਦੋਂ ਕਹੇ ਜੇ ਬੰਦੇ ਨਿਕਲਣਗੇ। ਅੰਦਰ ਦਾ ਦੇਖਿਆ, ਉਹ ਦਰਸ਼ਨ ਤਾਂ ਹੋਇਆ ਨਹੀਂ, ਅੱਖਾਂ ਨਾਲ ਨਹੀਂ ਹੋਇਆ, ਸਾਰੇ ਗਿਆਨ ਤੇਰੇ ਸੁੱਕ ਕੇ ਨਹੀਂ ਹੋਇਆ, ਝਟ ਕੇ ਨਹੀਂ ਹੋਇਆ। ਉਹ ਵਾਹ ਪਿਆ ਜਾਣੀ ਹੈ, ਰਾਹ ਪਿਆ ਜਾਣੀ ਹੈ। ਉਹ ਜਿਹੜਾ ਦਰਸ਼ਨ ਹੈ ਛੇਵਾਂ, ਉਹ ਜਦ ਫਿਰ ਸਮਝ ਆਉਣੀ ਹੈ, ਉਹਦੀ ਸਮਝ ਆਉਣੀ ਹੈ। ਕਹਿੰਦਾ ਇੱਕ ਦੂਏ ਨੂੰ ਕਿੰਨਾ ਚਿਰ 'ਚ 10 ਮਿੰਟ 'ਚ ਕੋਈ ਕੀ ਸਮਝ ਲੂਗਾ। ਸਮਝਣਾ ਆਪਣੇ ਆਪ 'ਚ ਦਰਸ਼ਨ, ਜਿਹੜਾ ਕਹਿ ਰਿਹਾ 6 ਘਰ 6 ਗੁਰ 6 ਉਪਦੇਸ਼, ਗੁਰ ਗੁਰੇ ਕੋ ਵੇਸ ਅਨੇਕ। ਐਤਾਂ ਨੇ ਵੇਸ। ਸੰਸਾਰ ਨੂੰ ਅਸੀਂ 5 ਗਿਆਨ ਇੰਦਰੀਆਂ ਨਾਲ ਸੰਸਾਰ ਦਾ ਗਿਆਨ ਲੈਂਦੇ ਹਾਂ, ਸੰਸਾਰ ਦਾ ਦਰਸ਼ਨ ਹੈ। ਪਰ ਜਿਹੜੀ ਜੋਤ ਦਾ ਦਰਸ਼ਨ ਹੈ ਨਾ, ਉਹ ਅਕਲ ਨਾਲੇ ਲੈਂਦੇ। ਉਹਦਾ ਮਨ ਕਿਹਾ ਜਾਏ, ਦੇਖ ਕੇ ਨਹੀਂ ਪਤਾ ਲੱਗਿਆ, ਵਰਤ ਕੇ ਪਤਾ ਲੱਗਿਆ। ਕਹਿੰਦੇ ਇੱਕ ਦਿਨ 'ਚ ਕੀ ਪਤਾ ਲੱਗਦਾ, ਕੀ ਉਹਦੇ ਮਨ ਕਿਹਾ ਜਾਏ, ਉਹਦਾ ਸੁਭਾਅ ਕਿਹਾ ਜਾਏ, ਉਹਦਾ ਇਹਦਾ ਤਾਂ ਨਹੀਂ ਪਤਾ ਲੱਗਿਆ। ਉਹ ਕਾਹਦੇ ਨਾਲ ਪਤਾ ਲੱਗਿਆ? ਛੇਵੇਂ ਦਰਸ਼ਨ। ਉਹ ਛੇਵੇਂ ਦਰਸ਼ਨ ਨਾਲ ਪਤਾ ਲੱਗਿਆ। ਉਹਦੇ ਪਿੱਛੇ ਕੌਣ ਕੰਮ ਕਰਦਾ? ਉਹਦੇ ਪਿੱਛੇ ਗਿਆਨ ਹੈ ਕੰਮ ਕਰਦਾ, ਬੁੱਧੀ ਅਕਲ ਹੈ ਕੰਮ ਕਰਦੀ। ਇਸ ਕਰਕੇ ਇਹ ਸਾਰੀ ਗੱਲ ਅਕਲ ਦੀ। ਅਕਲੀ ਸਾਹਿਬ ਸੇਵੀ ਹੈ, ਅਕਲੀ ਕੀਜੈ ਦਾਨ। ਅਕਲੀ ਪੜ੍ਹ ਕੇ ਬੁੱਝੀ, ਅਕਲੀ ਕੀਜੈ ਦਾਨ। ਨਾਨਕਾ ਕੇ ਰਾਹ, ਨਾ ਕਾਕੇ ਰਾਹ ਇਹੋ, ਹੋਰ ਗੱਲਾਂ ਸ਼ੈਤਾਨ। ਸਿਰਫ ਇੱਕੋ ਹੀ ਰਾਹ ਹੈ ਇਹ ਅਕਲ ਦਾ। ਬੁੱਧ ਬਦਲੀ, ਇਹੀ ਅਕਲੇ ਬਦਲਣੀ ਹੈ, ਸਿੱਧ ਪਾਈ। ਜਦੋਂ ਬੁੱਧ ਬਦਲ ਜਾਣੀ ਹੈ, ਸਮਝ ਆ ਜਾਣੀ ਹੈ ਤੁਹਾਨੂੰ ਗੱਲ ਕੀ ਹੈ। ਸਮਝ ਕਾਹਦੀ ਆਉਣੀ ਹੈ? ਸਾਰੀ ਰਾਜਾ ਰਾਮ ਕੀ ਕਹਾਣੀ ਦੀ ਸਮਝ ਆ ਜਾਣੀ ਹੈ। ਜਾਣਿਆ ਕੀ ਹੈ? ਰਾਜਾ ਰਾਮ ਕੀ ਕਹਾਣੀ। ਰਾਜਾ ਰਾਮ ਕੀ ਕਹਾਣੀ ਕੀ ਹੈ? 3 ਲੋਕ ਦਾ ਗਿਆਨ, ਰਾਜਾ ਰਾਮ ਕੀ ਕਹਾਣੀ ਹੈ। 3 लोग की बातें कहे ते एंड कीता ना। राजा राम की कहानी 3 लोग जो राजा राम की कहानी जो चलती है, कदे द्वापर त्रेता कलयुग, त्रेता द्वापर कलयुग। त्रेते च कला होंदा है हंस, द्वापर जाके दाल बन जाती है, गर्भ च अद्धा जुड़ जाता शरीर नाल, अद्धा रह जाता दूए साह लैण ते आ जाता। ਸਰੀਰ 'ਚ 2 ਪਾਸੇ ਹੋਇਆ ਹੋਇਆ ਹੈ, ਅੱਧਾ ਸਾਹ ਲੈ ਰਿਹਾ, ਅੱਧਾ ਸਰੀਰ 'ਚ ਕੰਮ ਕਰਦਾ, ਅੱਖਾਂ 'ਚ, ਕੰਨਾਂ 'ਚ, ਨੱਕ 'ਚ। ਇਹ ਕੰਮ ਜਿਹੜਾ ਅੱਧਾ ਬਾਹਰ ਕੰਮ ਕਰਦਾ ਹੈ, ਤਿਰਕੁੜੀ 'ਚ ਕੰਮ ਕਰਦਾ ਹੈ, ਉਹਨੂੰ ਅੱਧਾ ਬਾਹਰਲਾ ਕਹਿੰਦੇ ਨੇ। ਜਿਹੜਾ ਸਾਹ ਲੈਂਦਾ ਉਹਨੂੰ ਉੱਧਰਲਾ ਕਹਿੰਦੇ। ਤਾਂ ਕਿਹਾ ਬਾਹਰ ਭੀਤਰ ਏਕੋ ਜਾਣੋ। ਬਾਹਰ ਔਰ ਭੀਤਰ ਵਾਲਾ ਇੱਕ ਹੈ, ਦੋਏ ਰਲਾ ਕੇ ਇੱਕੋ ਸ੍ਰਿਸ਼ਟ ਸਵਾਈ ਹੈ। ਸਾਰੀ ਸ੍ਰਿਸ਼ਟ ਇੱਕੋ ਹੀ ਹੈ, ਇਹੀ ਸਿਸਟਮ ਹੈ, ਇੱਕੋ ਸਿਸਟਮ ਹੈ। ਸਾਰੀ ਸ੍ਰਿਸ਼ਟੀ 'ਚ ਇਹੀ ਸਿਸਟਮ ਹੈ। ਇੱਕ ਓਂਕਾਰ ਅਵਰ ਨਹੀਂ ਦੂਜਾ, ਬਸ ਇਹੀ ਇੱਕ ਓਂਕਾਰ ਹੈ, ਹੋਰ ਕੋਈ ਨਹੀਂ ਹੈ। ਇਹੀ ਜੋਤ ਹੈ ਸਾਰਿਆਂ 'ਚ। ਨਾਨਕ ਇੱਕ ਸਮਾਈ। ਨਾਨਕ ਕਹਿੰਦੇ ਜਦ ਇੱਕ ਹੋ ਜਾਂਦਾ ਫਿਰ ਸਮਾ ਜਾਂਦਾ। ਜਿੰਨਾ ਚਿਰ ਅੱਧਾ ਰਹਿੰਦਾ ਉਹਨਾਂ ਚਿਰ ਨਹੀਂ ਸਮਾਉਂਦਾ, ਇੱਕ ਹੋ ਕੇ ਸਮਾ ਜਾਂਦਾ। ਉੱਥੇ ਕਹਾਣੀ ਮੁੱਕ ਜਾਂਦੀ, ਉੱਥੇ ਕਹਾਣੀ ਮੁੱਕ ਜਾਂਦੀ ਹੈ ਰਾਜਾ ਰਾਮ ਦੀ। ਫਿਰ ਤ੍ਰਿਪਲ ਪਲਟ ਕੇ ਫਿਰ ਚੌਥੇ ਪਦ ਚਲੇ ਜਾਂਦਾ, ਫਿਰ ਸਤਜੁਗ ਚਲੇ ਜਾਂਦਾ, ਫਿਰ ਸੰਸਾਰ 'ਚ ਨਹੀਂ ਰਹਿੰਦਾ। 3 ਲੋਕ ਇਹ ਨੇ, ਚੌਥਾ ਲੋਕ ਸੱਚਖੰਡ ਹੈ।
ਉਹਦਾ ਨਾਂ ਲੋਕ ਨਹੀਂ ਹੈ, ਅਲੋਕ ਹੈ। ਅਲੋਕ, ਅਲੋਕ ਹੈ ਉਹਨੂੰ। ਅਲੋਕ ਉੱਥੇ ਹੈ ਇਹ ਲੋਕਾਂ ਤਿੰਨਾਂ ਤੋਂ ਪਰੇ। ਅਲੱਗ ਅਲੋਕ ਅਲੱਗ ਲੋਕ ਹੈ ਨਹੀਂ ਹੈ। ਲੋਕ ਸੂਰਦਾਸ ਮਨ ਪ੍ਰਭਾਤ ਦੀਨੋ ਹਾਂ ਦੀਨੋ ਹੈ ਆਲੋਕ ਇਹ ਨਹੀਂ, ਉਹ ਅਲੋਕ ਨਹੀਂ ਹੈ, ਉਹ ਪਰਲੋਕ ਹੈ। ਉੱਥੇ ਲਿਖਿਆ ਹੋਇਆ ਲੋਕ ਤੇ ਪਰੇ। ਪਰੇ ਅਲੋਕ ਵੀ ਲਫ਼ਜ਼ ਵਰਤਿਆ ਉੱਥੇ, ਅਲੋਕ ਵੀ ਵਰਤਿਆ, ਅਲੋਕ ਹੋਰ ਵੀ ਵਰਤਿਆ ਕਈ ਜਗ੍ਹਾ। ਹਾਂਜੀ।